श्री तरनताਰਨ तो हरीके रोड ਨੂੰ ਜਾਂਦੇ ਹੋਏ ਤਕਰੀਬਨ 8 ਕਿਲੋਮੀਟਰ ਦੀ ਦੂਰੀ ਤੇ ਨਗਰ ਸੇਰੋਂ ਪੈਂਦਾ ਹੈ। ਸੇਰੋਂ ਨਗਰ ਵਿਖੇ ਪਹੁੰਚ ਕੇ ਆਪ ਜੀ ਨੇ ਇੱਥੇ ਬਣੇ ਹੋਏ ਪੁਲ ਦੇ ਹੇਠਾਂ ਦੀ ਗੁਜ਼ਰ ਕੇ ਖੱਬੇ ਨੂੰ ਮੁੜਨਾ ਹੈ। ਖੱਬੇ ਮੁੜਦੇ ਸਾਰ 200 ਮੀਟਰ ਦੀ ਦੂਰੀ ਤੇ ਜਾਣਾ ਹੈ। ਇੱਥੇ ਪਹੁੰਚ ਕੇ ਆਪ ਜੀ ਨੂੰ ਸੱਜੇ ਹੱਥ ਨੂੰ ਗੁਰਦੁਆਰਾ ਸਾਹਿਬ ਨੂੰ ਜਾਣ ਦੇ ਰਸਤੇ ਬਾਰੇ ਲਿਖਿਆ ਹੋਇਆ ਮਿਲੇਗਾ। ਇੱਥੇ ਧੰਨ ਧੰਨ ਬਾਬਾ ਸਿੱਧ ਸਰਸਾਈ ਜੀ ਦੇ ਗੁਰਦੁਆਰਾ ਸਾਹਿਬ ਨੂੰ ਜਾਣ ਦਾ ਰਸਤਾ ਦਰਜ ਹੈ। ਇਸੇ ਹੀ ਰਸਤੇ ਤੇ ਆਪ ਜੀ ਨੇ 1.5 ਕਿਲੋਮੀਟਰ ਅੱਗੇ ਜਾਣਾ ਹੈ, ਜਿੱਥੇ ਕਿ ਗੁਰਦੁਆਰਾ ਸੁਭਾਇਮਾਨ ਹੈ। ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਦਾਸ ਸਰਬਜੀਤ ਸਿੰਘ ਜੋਧਪੁਰੀ ਵੱਲੋਂ ਸਵਾਗਤ ਹੈ। ਅੱਜ ਅਸੀਂ ਜਿਸ ਗੁਰਧਾਮ ਦੇ ਦਰਸ਼ਨ ਆਪ ਜੀ ਨੂੰ ਕਰਵਾਉਣ ਲਈ ਲੈ ਕੇ ਆਏ ਹਾਂ, ਇਸ ਗੁਰਧਾਮ ਦਾ ਨਾਂ ਗੁਰਦੁਆਰਾ ਸ਼੍ਰੀ ਬਾਬਾ ਸਿੱਧ ਸਰਸਾਈ ਜੀ ਹੈ। ਇਹ ਅਸਥਾਨ ਸ਼੍ਰੀ ਤਰਨਤਾਰਨ ਸਾਹਿਬ ਤੋਂ ਤਕਰੀਬਨ 8 ਕਿਲੋਮੀਟਰ ਦੀ ਵਿੱਥ 'ਤੇ ਮੌਜੂਦ ਹੈ। ਇਸ ਅਸਥਾਨ ਦੇ ਗੁਰ ਇਤਿਹਾਸ ਦੀ ਜਾਣਕਾਰੀ ਅਤੇ ਇੱਥੋਂ ਦੇ ਨਾਲ ਸੰਬੰਧਿਤ ਮਾਨਤਾ ਆਪ ਜੀ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਆਓ ਇਸ ਗੁਰਧਾਮ ਦੇ ਦਰਸ਼ਨ ਕਰੀਏ। ਸਾਧ ਸੰਗਤ, ਬਾਬਾ ਜੀ ਦਾ ਇਤਿਹਾਸ। ਬਾਬਾ ਸਿੱਧ ਸਰਸਾਈ, ਧੰਨ ਧੰਨ ਗੁਰੂ ਅਰਜਨ ਦੇਵ ਬਾਬਾ ਸਿੱਧ ਸਰਸਾਈ। ਜਦੋਂ ਤਰਨ ਤਾਰਨ ਵਾਲੇ ਸਰੋਵਰ ਦੀ ਪਟਾਈ ਦੀ ਸੇਵਾ ਸ਼ੁਰੂ ਹੋਈ ਆ, ਬਾਬਾ ਸਿੱਧ ਸਰਸਾਈ ਇੱਥੋਂ ਆਪਣੇ ਨਗਰ ਚੰਬਲਾਂ ਦੇ ਵਿੱਚੋਂ ਕਈ ਤੇ ਟੋਕਰੀ ਲੈ ਕੇ ਨੰਗੇ ਪੈਰੀਂ ਅਪ ਡਾਊਨ ਕਰਦੇ। ਸਵੇਰੇ ਜਾਂਦੇ ਸੀ, ਸ਼ਾਮਾਂ ਨੂੰ ਆ ਜਾਂਦੇ ਸੀ। ਰਾਹ ਦੇ ਵਿੱਚੋਂ ਕੋਈ ਬਾਲਣ, ਕੋਈ ਲੱਕੜੀ ਮਿਲਦੀ ਸੀ ਤੇ ਲੰਗਰ ਵਾਸਤੇ ਲੈ ਜਾਂਦੇ ਸੀ। ਕੁਛ ਚਿਰ ਉੱਥੇ 7 ਸਾਲ ਤੇ ਕੁਛ ਚਿਰ ਉੱਥੇ ਸੇਵਾ ਚੱਲੀ ਆ ਸਰੋਵਰ ਦੀ, ਕਈਆਂ ਤੇ ਟੋਕਰੀਆਂ ਦੇ ਨਾਲ। ਬਾਬਾ ਜੀ ਸਵੇਰੇ ਆ ਚਲੇ ਜਾਂਦੇ ਸੀ, ਸ਼ਾਮਾਂ ਨੂੰ ਆ ਜਾਂਦੇ ਸੀ। ਲੰਗਰ ਦਾ ਗੱਫਾ ਪਾਣੀ ਨਹੀਂ ਉਹਨਾਂ ਛਕਿਆ। ਕੋਈ ਇਹੋ ਜਿਹਾ ਟਾਈਮ ਆਇਆ, ਦੁਪਹਿਰ ਦਾ ਟਾਈਮ ਲੱਗਾ, ਦੀਵਾਨ ਸੱਜਿਆ। ਇੱਕ ਕੋਹੜੀ ਰੋਗੀ ਆਇਆ ਜਿਹਦੇ ਉੱਤੇ ਸਾਰਾ ਸਰੀਰ ਪਰਲ ਪਰਲ ਵਗੀ ਜਾਂਦਾ ਸੀ। ਮਹਾਰਾਜ ਗਾੜੀ ਉਹਨੇ ਗੁਰੂ ਅਰਜਨ ਦੇਵ ਗਾੜੀ ਪੁਕਾਰ ਕੀਤੀ, ਮਾਲਕਾ ਸੱਚੇ ਪਾਤਸ਼ਾਹ, ਤੱਤੀਆਂ ਲੋਹਾਂ ਤੇ ਬਹਿਣ ਵਾਲਿਆ, ਮੇਰੇ 'ਤੇ ਵੀ ਕਿਰਪਾ ਕਰਦੇ। ਬਾਬਾ ਜੀ ਨੇ ਆਵਾਜ਼ ਮਾਰੀ, ਕੋਈ ਸਿੰਘ ਇਹੋ ਜਿਹਾ ਹੋਵੇ, ਨਿਤਨੇਮੀ ਸੇਵਾਦਾਰ ਹੋਵੇ, ਮੇਰੇ ਲੰਗਰ ਦਾ ਗੱਫਾ ਪਾਣੀ ਨਾ ਛਕਦਾ ਹੋਵੇ। ਇਹ ਸਿੰਘ ਨੂੰ 7 ਵਾਰੀ ਪੱਲਾ ਲੱਗ ਜਾਵੇ ਤੇ ਇਹਦੇ 'ਤੇ ਕਿਰਪਾ ਹੋ ਜਾਵੇ। ਬਾਬਾ ਜੀ ਨੂੰ ਆਵਾਜ਼ ਮਾਰੀ, ਬਾਬਾ ਜੀ ਨਹੀਂ ਉੱਠੇ। ਪਹਿਲੀ ਆਵਾਜ਼ ਨਾਲ ਉੱਠ ਖਲੋਂਦੇ ਤੇ ਦੁਨੀਆ 'ਤੇ ਜਿਹੜਾ ਕੋੜ ਸੀ ਉਹ ਕੋੜ ਨਹੀਂ ਰਹਿਣਾ। ਦੂਜੀ ਆਵਾਜ਼ ਮਾਰੀ, ਬਾਬਾ ਜੀ ਨਹੀਂ ਉੱਠੇ। ਉਹਨੇ ਆਖਿਆ ਹੋਰ ਵੀ ਕੋਈ ਸੇਵਾਦਾਰ ਨਿਤਨੇਮੀ ਹੋ ਸਕਦਾ, ਮੈਂ ਇਕੱਲਾ ਹੀ ਨਹੀਂਗਾ। ਤੀਜੀ ਆਵਾਜ਼ ਦੇ ਨਾਲ ਉਹਨਾਂ ਆਖਿਆ, ਪਿੰਡ ਚੰਬਲ ਵਾਲਿਆ ਬਾਬਾ ਸਿੱਧ ਉੱਠ ਕੇ ਆਓ ਤੇ ਇਹ ਨਗਰ ਦੇ ਇਹਨੂੰ ਸਿੰਘ ਨੂੰ 7 ਵਾਰੀ ਪੱਲਾ ਲਾ ਦਿਓ। ਬਾਬਾ ਜੀ ਨਿਮਾਣੇ ਬਣ ਕੇ ਗਏ, ਸਹਿਜੇ ਲਾਗੇ ਗਏ। 7 ਵਾਰੀ ਉਹਨੂੰ ਪੱਲਾ ਲਾਇਆ ਤੇ ਬਾਬਾ ਜੀ ਨੇ ਆਖਿਆ, ਮੇਰੇ ਵਿੱਚ ਕਿੱਥੋਂ ਇੰਨੀ ਪਾਵਰ ਆ ਗਈ, ਕਿੱਥੋਂ ਸ਼ਕਤੀ ਆ ਗਈ ਮੇਰੇ ਪੱਲਾ ਲਾਉਣ ਦੇ ਨਾਲ। ਇਹ ਸਿੰਘ ਰਾਜੀ ਹੋ ਗਿਆ। ਉਹਨਾਂ ਬਾਬਾ ਜੀ ਗੁਰੂ ਅਰਜਨ ਦੇਵ ਨੇ ਆਖਿਆ, ਤੇਰੇ 'ਚ ਸ਼ਕਤੀ ਨਹੀਂ ਰਹਿੰਦੀ, ਦੁਨੀਆ ਤੱਕ ਤੇਰੀ ਜਿਹੜੀ ਅਣਸ ਵਣਸ ਆ ਇਹ ਸਾਰੇ ਪਿੰਡ ਨੂੰ ਹੁਣ ਵਾਰਿਆ। ਕੋਈ ਛੋਟਾ ਜਿਹਾ ਬੱਚਾ ਵੀ 7 ਵਾਰੀ ਪੱਲਾ ਲਾ ਦੇ ਤੇ ਕਿਰਪਾ ਹੋ ਜਾਂਦੀ ਆ। ਬਾਬਾ ਜੀ ਦੇ ਗਾੜੀ ਬਾਬਾ ਜੀ ਨੇ ਆਖਿਆ, ਬਾਬਾ ਸਿੱਧ ਸਰਸਾਈ ਨੇ, ਕਿ ਮੈਂ ਛੋਟਾ ਜਿਹਾ ਇੱਕ ਜ਼ਿਮੀਂਦਾਰ ਆ, ਛੋਟੇ ਘਰਾਣੇ ਦਾ ਮੇਰਾ ਪਿੰਡ ਆ, ਮੈਂ ਇਹਨਾਂ ਨੂੰ ਗੱਫਾ ਪਾਣੀ ਨਹੀਂ ਛਕਾ ਸਕਦਾ, ਮੇਰੇ ਕੋਲ ਸੰਗਤ ਆਈ ਤੇ। ਉਹਨਾਂ ਬਾਬਾ ਜੀ ਨੇ ਗਾੜੀਆਂ ਗੁਰੂ ਅਰਜਨ ਦੇਵ ਨੇ ਆਖਿਆ, ਜਿਹੜਾ ਤੇਰੀ ਜੂਹ ਦਾ ਪਾਣੀ ਵੀ ਪੀਊਗਾ ਉਹ ਰਾਜੀ ਨਾ ਹੋਊਗਾ, ਤੂੰ ਗੱਫਾ ਨਾ ਪਾਣੀ ਪੀਣ ਦੇ ਨਾਲ ਵੀ ਰਾਜੀ ਨਹੀਂ ਹੋਊਗਾ। ਫਿਰ ਇਹ ਸਤਿਗੁਰ ਦੇ ਸਥਾਨ ਦੀ ਪਵਿੱਤਰ ਮਿੱਟੀ ਆ। ਫਿਰ ਉਹ ਮਿੱਟੀ ਸਮਝਾਇਆ ਜਾਂਦਾ ਕਿ ਮਿੱਟੀ ਨਹੀਂ ਆਖਣਾ, ਇਹਨੂੰ ਰੱਖ ਆਖਣਾ। ਰੱਖ ਲਾਉਣ ਦੇ ਨਾਲ ਜਿਹੜੀ ਹੈ ਮਿੱਟੀ ਆ, ਰੱਖ ਲਾਉਣ ਦੇ ਨਾਲ ਜਿਹੜਾ ਇਹ ਕੋੜ ਆ ਰੋਗੀ ਦਾ ਦੂਰ ਹੋ ਜਾਂਦਾ। ਜੋ ਆਪ ਜੀ ਕੋਲ ਸੰਗਤ ਆਉਂਦੀ ਹੈ, ਉਹ ਕਿਹੜੇ ਰੋਗਾਂ ਪ੍ਰਤੀ ਆਪ ਜੀ ਕੋਲੋਂ ਇਹ ਰੱਖ ਲੈਣ ਲਈ ਆਉਂਦੀ ਹੈ? ਇਹ ਦੱਦਰੀਆਂ ਹੋਣ, ਲੂਤਾਂ ਹੋਣ, ਚੰਬਲਾਂ ਹੋਣ, ਖਾਰਸ ਹੋਵੇ, ਛੋਟੀਆਂ ਜਿਹੀਆਂ ਦੱਦਰੀਆਂ ਬਣਦੀਆਂ ਕਿੰਨੇ ਕੇ ਸਰੀਰ ਦੇ ਉੱਤੇ, ਕੋਈ ਵੀ ਫੋੜਾ, ਫਿੰਮਣੀ, ਫਿੰਸੀ, ਫੋੜਾ ਬਣਿਆ ਦੱਦਰੀਆਂ ਹੋਣ, ਆਪਣੀ ਫਲੈਰੀ ਹੋਵੇ, ਕਿਰਪਾ ਹੋ ਜਾਂਦੀ ਮਾਲਕ ਦੀ। ਬਾਪੂ ਦੇ ਰੱਖ ਲਾਉਣ ਨਾਲ ਕਿਰਪਾ ਬਾਪੂ ਜੀ ਨੇ ਕਰਨੀ ਆ। ਸਾਡੇ ਜਿਹੜੇ ਸੰਗਤ ਆ ਪਿੰਡ ਦੇ ਚੰਬਲਾਂ ਦੇ ਹੋਣ, ਪਿੰਡ ਦੇ ਲਾਂਭਾਂ ਦੇ ਹੋਣ, ਉਹ ਕਿਸੇ ਦਾ ਰੋਗ ਨਹੀਂ ਢਾਹ ਸਕਦਾ। ਜੇ ਆਖਾਂ ਮੈਂ ਢਾਹ ਦੇਵਾਂ ਇਹਦਾ ਫਿਣਸੀ ਰੋਗ ਢਾਹ ਦੂੰ, ਮੈਂ ਨਹੀਂ ਢਾਹ ਸਕਦਾ। ਜੋ ਕਰਨਾ ਬਾਬਾ ਜੀ ਬਾਬਾ ਸਿੱਧ ਸਰਸਾਈ ਨੇ ਕਰਨਾ। ਇਹਦੇ ਨਗਰ 'ਤੇ ਕੋਈ ਵੀ ਚੀਜ਼ ਸੁੱਖ ਲੈਂਦੇ ਆ, ਕੋਈ ਵੀ ਗੱਲ ਕਰ ਜਾਂਦੇ ਆ, ਉਹ ਮਾਲਕ ਪੂਰੀ ਕਰਦਾ। ਸੋ ਸ਼ੂਗਰ ਦੇ ਬਾਰੇ ਦੱਸਿਆ ਜਾਂਦਾ ਕਿ ਇਸ ਪਿੰਡ ਦੇ ਵਿੱਚ
ਜੋ ਮਿੱਟੀ ਦੇ ਨਾਲ ਹੀ ਸ਼ੂਗਰ ਦਾ ਰੋਗ ਵੀ ਸ਼ੂਗਰ ਦਾ ਠੀਕ ਹੋ ਜਾਂਦਾ ਹੈ। ਸ਼ੂਗਰ ਦਾ ਵੀ ਰੋਗ ਕੁਛ ਟਾਈਮ ਲੱਗਦਾ, ਜਿਹੜਾ ਕੈਂਸਰ ਦਾ ਵਾ ਉਹ ਸਾਡੇ ਵੇਖਣ ਦੇ ਵਿੱਚ ਕੋਈ 5-7 ਮਰੀਜ਼ ਜਿਹੜੇ ਆ ਜਿਨ੍ਹਾਂ ਨੂੰ ਜਵਾਬ ਦਿੱਤਾ ਗਿਆ ਉਹ ਇੱਥੋਂ ਮਹਾਰਾਜ ਦੀ ਕਿਰਪਾ ਨਾਲ ਬਾਪੂ ਦੇ ਠੀਕ ਹੋ ਗਿਆ। ਸੋ ਹੁਣ ਜੋ ਆਪ ਜੀ ਕੋਲ ਇਹ ਸੰਗਤ ਜੀ ਮੌਜੂਦ ਨੇ, ਇਹ ਆਪ ਜੀ ਕੋਲ ਕਿਸ ਸੰਬੰਧ ਵਿੱਚ ਆਏ ਹਨ? ਇਹ ਬਾਬਾ ਜੀ ਚੰਬਲ ਦੇ ਰੋਗ ਵਾਸਤੇ ਆਏ ਆ। ਇਹਨਾਂ ਨੂੰ ਖਾਰਸ ਆ, ਖੁਰਕ ਹੁੰਦੀ ਆ, ਖਾਰਸ ਹੁੰਦੀ ਆ, ਐਲਰਜੀ ਹੁੰਦੀ ਆ, ਜੀ ਨੂੰ ਕੁਛ ਹੁੰਦਾ ਤੇ ਜਦੋਂ ਇਹਨਾਂ ਨੂੰ ਖਾਰਸ਼ ਚਾਲੂ ਹੁੰਦੀ ਆ ਉਹਨਾਂ ਦੇ ਵਿੱਚ ਅਸੀਂ ਹੁਣ ਇਹਨਾਂ ਨੂੰ ਸਮਝਾਇਆ ਜਾਊਗਾ ਜੋ ਰਹਿਤ ਮਰਜ਼ਾਦਾ, ਇਹਨਾਂ ਨੂੰ ਰਹਿਤ ਮਰਜ਼ਾਦਾ ਦੇ ਵਿੱਚ ਰਹਿਣਾ ਪਊਗਾ। ਹਾਂਜੀ, ਉਸ ਰਹਿਤ ਮਰਿਆਦਾ ਬਾਰੇ ਸਾਡੀ ਸੰਗਤ ਦੇ ਸਾਹਮਣੇ ਵੀ ਆਪ ਜੀ ਚਾਨਣਾ ਪਾਓ ਕਿ ਇਹ ਕਿਸ ਤਰ੍ਹਾਂ ਇਹ ਰਹਿਤ ਮਰਿਆਦਾ ਹੈ ਤੇ ਨਾਲ ਹੀ ਇਹਨਾਂ ਸੰਗਤ ਨੂੰ ਵੀ ਪ੍ਰੇਰਨਾ ਹੋ ਜਾਵੇਗੀ। ਵਾਹਿਗੁਰੂ ਜੀ, ਸਤਿਗੁਰ ਦੇ ਸਥਾਨ ਦੀ ਪਵਿੱਤਰ ਮਿੱਟੀ ਆ। ਤੁਸੀਂ ਮਿੱਟੀ ਨਹੀਂ ਕਹਿਣਾ, ਰੱਖ ਕਹਿਣਾ। ਰੱਖ ਇੱਥੋਂ ਲਿਫਾਫੇ 'ਚ ਪਾ ਕੇ ਲੈ ਜਾਣੀ ਆ। ਰਸਤੇ ਦੇ ਵਿੱਚੋਂ ਆਪਣੇ ਸ਼ਹਿਰੋਂ ਜਾ ਕੇ ਕੋਰਾ ਕੁੱਜਾ ਉੱਤੇ ਚੱਪਣੀ, ਕੌਲੀ ਤੇ ਗਲਾਸ ਨਵੇਂ ਲੈਣੇ ਆ, ਲੱਗੇ ਨਹੀਂ ਹੋਣੇ ਚਾਹੀਦੇ। ਕੁੱਜੇ ਨੂੰ ਸਾਫ਼ ਕਰ ਲੈਣਾ, ਧੋ ਲੈਣਾ, ਬਣਾ ਲੈਣਾ, ਸੁਕਾ ਲੈਣਾ। ਸੁਕਾ ਕੇ ਰੱਖ ਉਹਦੇ ਵਿੱਚ ਪਾ ਕੇ ਰੱਖ ਉੱਥੇ ਰੱਖਣੀ ਆ, ਉੱਚੇ ਤੇ ਸੁੱਚੇ ਥਾਂ ਜਿੱਥੇ ਤੁਹਾਡੇ ਘਰ ਦਾ ਕੋਈ ਮੈਂਬਰ ਹੱਥ ਨਾ ਲਾਵੇ। ਮਹਾਰਾਜ ਦਾ ਕਮਰਾ ਬਣਾਇਆ ਹੋਵੇ, ਗੁਟਕਾ ਸਾਹਿਬ ਰੱਖਿਆ ਹੋਵੇ, ਕੋਈ ਤਸਵੀਰ ਲਾਈ ਹੋਵੇ। ਆਪੇ ਰੋਗੀ ਨੇ ਰੱਖਣੀ, ਆਪੇ ਰੋਗੀ ਨੇ ਲਾਉਣੀ ਤੇ ਆਪੇ ਹੀ ਢੱਕਣੀ। ਸਵੇਰੇ ਉੱਠਣਾ, ਲੈਟਰਨ ਬਾਥਰੂਮ ਜਾਣਾ, ਇਸ਼ਨਾਨ ਕਰਨਾ। ਇਸ਼ਨਾਨ ਕਰਕੇ ਆ ਕੇ ਉਹ ਕਮਰੇ 'ਚ ਆ ਜਾਣਾ। ਥੋੜ੍ਹਾ ਜਿਹਾ ਟੂਟੀ ਮੋਟਰ ਤੋਂ ਗਲਾਸ 'ਚ ਪਾਣੀ ਲੈ ਆਉਣਾ। ਉਹ ਪਾਣੀ ਵਾਸਤੇ ਗਲਾਸ ਲਿਆ ਕੇ ਕੁੱਜੇ 'ਚੋਂ ਸੁੱਕੀ ਰੱਖ ਕੱਢੋ, ਕੁੱਜੇ 'ਚ ਪਾਣੀ ਨਹੀਂ ਪਾਉਣਾ, ਕੱਢ ਕੇ ਕੌਲੀ 'ਚ ਪਾਓ। ਕੌਲੀ 'ਚ ਪਾ ਕੇ ਘੋਲਾ ਬਣਾ ਲਓ ਪਤਲਾ ਤੇਲ ਵਾਂਗੂ। ਜਿੱਥੇ ਜਿੱਥੇ ਰੋਗ ਆ ਸਾਰੇ ਸਰੀਰ 'ਤੇ ਤੇਲ ਵਾਂਗੂ ਲਾ ਲਓ। ਮੋਟੀ ਲੇਪ ਨਹੀਂ ਕਰਨੀ। ਮੋਟੀ ਲੇਪ ਕਰੋਗੇ ਤੇ ਹੈ ਸਤਿਗੁਰ ਦੇ ਸਥਾਨ ਦੀ ਮਿੱਟੀ ਆ, ਪਰ ਰੱਖ ਕਿਹਾ ਜਾਂਦਾ। ਲਾ ਕੇ ਉੱਥੇ ਬਹਿ ਕੇ ਧੰਨ ਧੰਨ ਗੁਰੂ ਅਰਜਨ ਦੇਵ ਬਾਬਾ ਸਿੱਧ ਸਰਸਾਈ, ਧੰਨ ਧੰਨ ਗੁਰੂ ਅਰਜਨ ਦੇਵ ਬਾਬਾ ਸਿੱਧ ਸਰਸਾਈ 10-15 ਮਿੰਟ ਸਿਮਰਨ ਕਰੋ। ਸਿਮਰਨ ਕਰਕੇ ਫਿਰ ਜਲ ਪਾਣੀ ਛਕਣਾ। ਮੂੰਹ ਸੁੱਚਾ ਰੱਖਣਾ। ਪਹਿਲੋਂ ਜਲ ਪਾਣੀ ਛਕ ਲਿਆ। ਕੌਲੀ ਰੋਜ਼ ਨਹੀਂ ਧੋਣੀ, ਲਿਬੜੀ ਰਹਿਣ ਦੇਣੀ ਆ। ਉਹਦੇ ਵਿੱਚ ਅਗਲੀ ਟਰੇਲ ਨਾਲ ਫਿਰ ਉੱਠ ਕੇ ਸੁਬਾਹ ਸਵੇਰੇ ਫਿਰ ਅਗਲੇ ਦਿਨ 8 ਪੈਰੀਂ ਉੱਠੋ। ਪਹਿਲੀ ਰੱਖ ਨਹਾ ਕੇ ਲਾ ਲਓ ਤੇ ਨਵੀਂ ਲਾ ਲਓ। ਵਿੱਚੋਂ ਰੱਖ ਨਹੀਂ ਕਿਸੇ ਨੂੰ ਵਰਤਣ ਨੂੰ ਦੇਣੀ। ਵਾਂਡੇ ਜਾ ਕੇ ਰਾਤ ਨਹੀਂ ਰਹਿਣਾ। ਚਮੜੇ ਦਾ ਜੋੜਾ ਨਹੀਂ ਪਾਉਣਾ। ਵਿੱਚੋਂ ਰੱਖ ਨਹੀਂ ਕਿਸੇ ਨੂੰ ਦੇਣੀ। ਉਸ ਤੋਂ ਬਾਅਦ ਜੂਠਾ ਭਾਂਡਾ ਨਾ ਕਿਸੇ ਨੂੰ ਦੇਣਾ ਤੇ ਨਾ ਕਿਸੇ ਦਾ ਖਾਣਾ। ਨਾ ਜੂਠਾ ਭਾਂਡਾ ਚੁੱਕਣਾ, ਨਾ ਧੋਣਾ, ਨਾ ਮਾਂਜਣਾ। ਨਾ ਜੂਠਾ ਦੇਣਾ, ਨਾ ਜੂਠਾ ਖਾਣਾ। ਠੀਕ ਆ। ਦੋਵਾਂ ਜੀਆਂ ਦਾ ਪਰਹੇਜ਼, ਬਿਲਕੁਲ ਸੁੱਚੇ ਰਹਿਣਾ ਜਿਸ ਤਰ੍ਹਾਂ ਮਹਾਰਾਜ ਦੀ ਤਾਬਿਆ 'ਚ ਹੁਣ ਬੈਠੇ ਆਪਾਂ। ਠੀਕ ਆ। ਵਾਂਡੇ ਜਾ ਕੇ ਰਾਤ ਨਹੀਂ ਰਹਿਣਾ। ਰੱਖ ਚੁੱਕ ਕੇ ਨਾਲ ਨਹੀਂ ਖਾਣੀ। ਵਿੱਚੋਂ ਰੱਖ ਨਹੀਂ ਕਿਸੇ ਨੂੰ ਦੇਣੀ ਵੀ ਆ ਤੂੰ ਹੀ ਲੈ ਲਓ ਤੇ ਤੁਹਾਨੂੰ ਰਮਾਨ ਆ ਜਾਊ। ਨਹੀਂ, ਇੱਥੇ ਆਊਗਾ 7 ਵਾਰੀ ਪੱਲਾ ਲੱਗੂਗਾ, ਗੁੜ ਦੀ ਮਰਜ਼ਾਦਾ ਲਿਆਊਗਾ। 2.25 ਕਿਲੋ ਗੁੜ ਦੀ ਮਰਜ਼ਾਦਾ ਵਾ। ਨਹੀਂ ਕੋਈ ਗੁੜ ਲਿਆਉਂਦਾ ਤੇ 100 ਰੁਪਈਆ ਗੁਰੂ ਦੀ ਗੋਲਕ 'ਚ ਪਾਇਆ ਜਾਂਦਾ। ਮਰਨ ਜੰਮਣ ਵਾਲੇ ਘਰ ਜਾ ਆਓ ਜਾਓ, ਵਿਚਾਰ ਨਹੀਂ ਕਰਨੀ ਕੋਈ, ਪਰ ਦੁਬਾਰੇ ਆ ਕੇ ਇਸ਼ਨਾਨ ਨਹੀਂ ਕਰਨਾ। ਗੁਰਦੁਆਰੇ ਜਾਂਦੇ ਜੋ ਜੂਠਿਆਂ ਭਾਂਡਿਆਂ ਦੀ ਸੇਵਾ ਨਹੀਂ ਕਰਨੀ, ਜੋੜਿਆਂ ਦੀ ਸੇਵਾ ਨਹੀਂ ਕਰਨੀ, ਦੁਬਾਰੇ ਇਸ਼ਨਾਨ ਨਹੀਂ ਕਰਨਾ। ਠੀਕ ਆ। ਜਿੱਥੇ ਮੀਟ, ਸ਼ਰਾਬ, ਬੀੜਾ, ਤੰਬਾਕੂ, ਸਿਰਗਟ, ਮੱਛੀ ਧੰਦਾ ਉਹ ਤੁਹਾਡੇ ਘਰ ਨਹੀਂ ਹੋਣਾ ਚਾਹੀਦਾ। ਉਹ ਘਰ ਨਹੀਂ ਜਾਣਾ। ਬਿਲਕੁਲ ਸੁੱਚਮੇਨੀ ਹੋਣੀ ਚਾਹੀਦੀ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਰਹਿੰਦੇ ਆ। ਜਦੋਂ ਆ ਗਿਆ ਅਰਮਾਨ, ਕੁੱਜਾ, ਚੱਪਣੀ, ਕੌਲੀ, ਗਲਾਸ ਵਧੀ ਰੱਖ, ਜਲ ਪ੍ਰਵਾਹ ਕਰ ਦੇਣੀ ਆ। ਨਹਿਰ ਦਾ ਪਾਣੀ ਵਗਦਾ ਹੋਵੇ, ਸੂਆ ਵਗਦਾ ਹੋਵੇ, ਖਲੋਤੇ ਪਾਣੀ 'ਚ ਨਹੀਂ ਕਰਨੀ। ਕਰਕੇ ਆ ਕੇ 5-7 ਲਟਕੀਆਂ ਕੰਨਿਆਂ ਕੁਆਰੀਆਂ ਨੂੰ ਗੱਫਾ ਛਕਾਓ, ਨਾਲੇ ਆਪ ਛਕੋ। ਨਹੀਂ ਕੋਈ ਛਕਦਾ, ਅੱਜ ਕੱਲ੍ਹ ਵਹਿਮ ਕਰਦਾ, ਤੁਸੀਂ ਲਾਗੇ ਕਿਸੇ ਗੁਰਦੁਆਰੇ ਪਾ ਦਿਓ ਆਟਾ, ਦਾਲ, ਲੂਣ, ਮਿਰਚ, ਮਸਾਲਾ, ਥੋੜ੍ਹਾ ਜਿਹਾ ਦੇਸੀ ਘਿਓ, ਚੌਲ, ਖੰਡ ਆਪਣਾ ਘਰ ਵੇਖ ਕੇ, ਥੋੜ੍ਹਾ ਵੀ ਤੇ ਬਹੁਤਾ ਵੀ ਤੇ ਜ਼ਿਆਦਾ ਵੀ। ਠੀਕ ਆ। ਉਸ ਤੋਂ ਬਾਅਦ ਫਿਰ ਆ ਕੇ ਬਾਪੂ ਦੇ ਇੱਥੇ ਰਸਤ ਲਿਆਉਣੀ ਤੇ ਇੱਥੇ ਲਿਓ। ਜੇ ਤੁਸੀਂ ਦੂਰੋਂ ਆਏ ਜੋ ਤੇ ਉੱਥੇ ਲਾਗੇ ਨਗਰ 'ਚ ਪਾਉਣੀ ਆ ਤੇ ਉੱਥੇ ਪਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰ ਵਾਲਿਓ, ਤੁਸੀਂ ਹੁਣ ਦਰਸ਼ਨ ਕੀਤੇ ਹਨ ਤੇ ਆਪ ਜੀ ਨੇ ਸੁਣ ਵੀ ਲਿਆ ਹੈ ਇਸ ਗੁਰੂ ਘਰ ਦੀ ਮਰਿਆਦਾ ਬਾਰੇ। ਸੋ ਇਸ ਮਰਿਆਦਾ ਉੱਤੇ ਚੱਲਦੇ ਹੋਏ ਕੋਈ ਵੀ ਮਰੀਜ਼, ਭਾਵ ਜਿਸ ਤਰ੍ਹਾਂ ਕਿ ਮਰਜ਼ ਬਾਰੇ ਆਪ ਜੀ ਨੂੰ ਦੱਸਿਆ ਗਿਆ ਹੈ, ਇੱਥੇ ਸ਼ੂਗਰ, ਕੈਂਸਰ ਤੱਕ ਦੇ ਮਰੀਜ਼
ਇੱਥੇ ਆ ਕੇ ਰਾਜੀ ਹੋ ਕੇ ਜਾਂਦੇ ਹਨ ਤੇ ਇੱਥੋਂ ਦੀ ਮਿੱਟੀ ਭਾਵ ਚੰਬਲ ਪਿੰਡ ਦੀ ਮਿੱਟੀ ਤੋਂ ਹੀ ਇਹ ਸਾਰੇ ਰੋਗ ਦੂਰ ਹੋ ਜਾਂਦੇ ਹਨ। ਇਸ ਜਗ੍ਹਾ ਉੱਪਰ ਜਿਸ ਤਰੀਕੇ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਜੀ ਸੰਗਤ ਜੀ, ਇਸ ਜਗ੍ਹਾ ਤੇ ਇਸ ਪਿੰਡ ਦੀ ਜਿਸ ਨੂੰ ਕਿ ਸੰਗਤ ਜੀ ਬਾਬਾ ਜੀ ਵੱਲੋਂ ਰੱਖ ਕਿਹਾ ਜਾ ਰਿਹਾ ਹੈ, ਇੱਥੇ ਮਿੱਟੀ ਜੋ ਕਿ ਸੰਗਤ ਨੂੰ ਦਿੱਤੀ ਜਾਂਦੀ ਹੈ ਅਤੇ ਇਸ ਮਿੱਟੀ ਤੋਂ ਹੀ ਇਹ ਸਾਰੇ ਰੋਗ ਦੂਰ ਹੁੰਦੇ ਹਨ। ਸੋ ਇਸ ਮਿੱਟੀ ਨੂੰ ਲੋਕ ਆਪਣੇ ਘਰਾਂ ਵਿੱਚ ਲੈ ਕੇ ਜਾਂਦੇ ਹਨ। ਜਿਸ ਤਰ੍ਹਾਂ ਕਿ ਮਰਿਆਦਾ ਵਿੱਚ ਦੱਸਿਆ ਗਿਆ ਹੈ ਕਿ ਕੋਰੇ ਕੁੱਜੇ ਵਿੱਚ ਰੱਖ ਕੇ ਇਸ ਮਿੱਟੀ ਨੂੰ ਉੱਚੇ ਥਾਂ ਤੇ ਰੱਖਿਆ ਜਾਂਦਾ ਹੈ। ਗੁਰਦੁਆਰਾ ਬਾਬਾ ਸਿੱਧ ਸਰਸਾਈ ਜੀ ਦੇ ਮੁੱਖ ਗ੍ਰੰਥੀ ਸਾਹਿਬਾਨ ਭਾਈ ਗੁਰਜਿੰਦਰ ਸਿੰਘ ਜੀ ਆਪ ਜੀ ਨਾਲ ਇਸ ਗੁਰਦੁਆਰਾ ਸਾਹਿਬਾਨ ਦੇ ਇਤਿਹਾਸ ਦੀ ਸਾਂਝ ਪਾਉਣਗੇ ਤੇ ਇੱਥੋਂ ਦੀ ਮਾਨਤਾ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਈ ਗੁਰਜਿੰਦਰ ਸਿੰਘ ਜੀ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ, ਤੁਸੀਂ ਸਾਡੇ ਤੋਂ ਪਹੁੰਚੇ ਹੋ, ਜੀ ਆਇਆਂ ਨੂੰ। ਇਹ ਗੁਰਦੁਆਰਾ ਸਾਹਿਬ ਜਿਹੜਾ ਵਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਆ। ਜਿਵੇਂ ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਆ ਕਿ ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ, ਸੇਵਕ ਕੋ ਸੇਵਾ ਬਨਿਆਈ, ਹੁਕਮ ਬੂਝ ਪਰਮ ਪਦ ਪਾਈ। ਸਤਿਗੁਰ ਸਿੱਖਾ ਹਲਤ ਪਲਤ ਸਵਾਰੇ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ। ਵੀ ਜਿਹੜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਉਹ ਆਪਣੇ ਸਿੱਖ ਨੂੰ ਜਿਹੜਾ ਉਹ ਹਮੇਸ਼ਾ ਆਪਣੇ ਅੰਗ ਸੰਗ ਜਿਹੜੇ ਉਹ ਰੱਖਦੇ ਨੇ। ਤੇ ਗੁਰੂ ਸਾਹਿਬ ਨੇ ਇੱਥੇ ਵਡਿਆਈ ਦਿੱਤੀ ਆ ਜੀ। ਇੱਥੇ ਚਮੜੀ ਦੇ ਰੋਗ ਜਿਹੜੇ ਸਕਿਨ ਦੇ ਰੋਗ ਆ ਦੂਰ ਹੁੰਦੇ ਆ, ਜਿਵੇਂ ਦਦਲਾਂ, ਫਲੈਰੀ ਹੋਈ, ਜੇ ਚਮੜੀ ਦਾ ਕੋਈ ਵੀ ਜਿਵੇਂ ਜੀ ਕੋੜ ਦਾ ਰੋਗ ਆ, ਕਿਸੇ ਦੇ ਕੀੜੇ ਵੀ ਕਿਰਮ ਵੀ ਚੱਲੇ ਹੋਣ, ਉਹ ਵੀ ਇੱਥੇ ਦੂਰ ਹੁੰਦਾ ਜੀ। ਬੜੀ ਇੱਥੇ ਕਿਰਪਾ ਵਾ ਇਸ ਸਥਾਨ ਦੀ। ਜਿਹੜੀ ਜਿਵੇਂ ਕਹਿੰਦੇ ਨਾ ਆਪਾਂ ਇੰਪੋਰਟੈਂਸ ਕੀ ਹੈ, ਮਹਾਨਤਾ, ਉਹ ਮਹਾਨਤਾ ਇਸ ਸਥਾਨ ਦੀ ਇਹੋ ਹੀ ਆ ਵੀ ਇੱਥੇ ਜਿਹੜਾ ਵਾ ਉਹ ਹਰ ਤਰ੍ਹਾਂ ਦਾ ਜਿਹੜਾ ਉਹ ਸਕਿਨ ਦਾ, ਚਮੜੀ ਦਾ ਜਿਹੜਾ ਰੋਗ ਆ, ਉਹ ਬਾਬਾ ਜੀ ਦੀ ਬੜੀ ਕਿਰਪਾ ਗੁਰੂ ਅਰਜਨ ਸਾਹਿਬ ਦੀ, ਬਾਬਾ ਸਿੱਧ ਸਰਸਾਈ ਜੀ ਨੂੰ ਜਿਹੜਾ ਉਹਨਾਂ ਨੇ ਵਡਿਆਈ ਦਿੱਤੀ ਹੈ ਜੀ। ਤੇ ਇੱਥੇ ਜਿਹੜੇ ਨੇ ਉਹ ਚਮੜੀ ਦੇ ਰੋਗ ਜਿਹੜੇ ਨੇ ਉਹ ਵੀਰ ਜੀ ਦੂਰ ਹੁੰਦੇ ਨੇ। ਸਾਡੀਆਂ ਸੰਗਤਾਂ ਦੇ ਨਾਲ ਆਪ ਜੀ ਇੱਥੋਂ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਦਿਓ। ਹਾਂਜੀ ਹਾਂਜੀ ਵੀਰ ਜੀ, ਜ਼ਰੂਰ। ਜਿਵੇਂ ਕਿ ਤੁਸੀਂ ਪੁੱਛਿਆ ਕਿ ਇਸ ਸਥਾਨ ਦਾ ਇਤਿਹਾਸ ਜਿਹੜਾ ਵਾ ਉਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਉਹ ਬਾਬਾ ਜੀ ਨੂੰ ਵਰ ਦਿੱਤਾ। ਜਦੋਂ ਬਾਬਾ ਜੀ ਦੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ ਹੋਇਆ ਨਾ, ਤੇ ਬਾਬਾ ਜੀ ਜਿਹੜਾ ਉਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸਰੋਵਰ ਬਣਾ ਰਹੇ ਸੀ ਤਰਨਤਾਰਨ ਦਾ ਜਿਹੜਾ ਸਰੋਵਰ ਜਦੋਂ ਬਣ ਰਿਹਾ ਸੀ, ਉਦੋਂ ਜਿਹੜਾ ਸਾਡੇ ਇੱਥੋਂ ਬਾਬਾ ਜੀ ਜਿਹੜੇ ਸੀ ਉਹ ਵੀਰ ਜੀ ਸੇਵਾ ਕਰਨ ਵਾਸਤੇ ਜਿਹੜਾ ਉਹ ਜਾਂਦੇ ਹੁੰਦੇ ਸੀ। ਬਾਬਾ ਜੀ ਨੇ ਇੱਥੋਂ ਹੀ ਜਿਹੜਾ ਉਹ ਕਈ ਟੋਕਰੀ ਖੜਨੀ ਅਣਥੱਕ ਜਿਹੜੀ ਹੈ ਬਾਬਾ ਜੀ ਨੇ ਸੇਵਾ ਕੀਤੀ ਹੈ ਜੀ। ਬਾਣੀ ਦੇ ਧਨੀ ਸਨ, ਸਿਮਰਨ ਦੇ ਬਾਣੀ ਦੇ ਵਿੱਚ ਬਾਬਾ ਜੀ ਪ੍ਰਪੱਕ ਸਨ, ਨਿਤਨੇਮ ਦੇ ਪੱਕੇ ਸਨ। ਬਹੁਤ ਜਾੜੀ ਜਿਹੜੀ ਆ ਗੁਰੂ ਘਰ ਜਾ ਕੇ ਤਰਨਤਾਰਨ ਸਾਹਿਬ ਜਿਹੜੀ ਉਹ ਸੇਵਾ ਕੀਤੀ। ਇੱਕ ਦਿਨ ਇੱਦਾਂ ਹੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸੰਗਤਾਂ ਨੂੰ ਜਿਹੜੇ ਉਹ ਬਚਨ ਸੁਣਾ ਰਹੇ ਸਨ, ਤੇ ਵਿੱਚ ਜਿਹੜਾ ਸੰਗਤ ਦੇ ਵਿੱਚ ਹੀ ਕੋਈ ਕੋੜ ਦੇ ਰੋਗ ਵਾਲਾ ਰੋਗੀ ਆਇਆ, ਤੇ ਗੁਰੂ ਸਾਹਿਬ ਨੇ ਇਹ ਕਿਹਾ ਵੀ ਕੋਈ ਇਹੋ ਜਿਹਾ ਇਨਸਾਨ ਉੱਠੇ ਜਿਹੜਾ ਬੜਾ ਮਤਲਬ ਸੇਵਾ ਕਰਦਾ ਹੋਵੇ ਇੱਥੇ ਆਣ ਕੇ, ਪਰ ਲੰਗਰ ਪ੍ਰਸ਼ਾਦਾ ਇੱਥੋਂ ਨਾ ਛਕਦਾ ਹੋਵੇ। ਤੇ ਬਾਬਾ ਜੀ ਜਿਹੜੇ ਸੀ ਉਹ ਇੱਕ ਗੱਲ ਦੇ ਵਿੱਚ ਪੱਕੇ ਸਨ ਵੀ ਉਹ ਆਪਣਾ ਜਿਹੜਾ ਉਹ ਜਲ ਪ੍ਰਸ਼ਾਦਾ ਜਿਹੜਾ ਉਹ ਆਪਣੇ ਪਿੰਡੋਂ ਹੀ ਛਕ ਕੇ ਜਾਂਦੇ ਸਨ, ਉੱਥੇ ਜਾ ਕੇ ਨਹੀਂ ਸੀ ਕੁਝ ਖਾਂਦੇ। ਸੇਵਾ ਹੀ ਇੰਨੀ ਸੀ ਬਾਬਾ ਜੀ ਦੀ, ਪਿਆਰ ਸੀ ਬਾਬਾ ਜੀ ਦਾ ਗੁਰੂ ਘਰ ਦੇ ਨਾਲ। ਤੇ ਉਹ ਫਿਰ ਬਾਬਾ ਜੀ ਨੇ ਪਹਿਲੀ ਵਾਰ ਕਿਹਾ, ਤੇ ਉਹ ਗੁਰੂ ਅਰਜਨ ਸਾਹਿਬ ਨੇ ਜਦੋਂ ਆਵਾਜ਼ ਦਿੱਤੀ ਹੈ ਨਾ, ਤੇ ਬਾਬਾ ਜੀ ਨਹੀਂ ਉੱਠੇ। ਦੂਜੀ ਵਾਰ ਕਿਹਾ, ਨਹੀਂ ਉੱਠੇ। ਤੀਜੇ ਬਚਨ ਨਾਲ ਜਿਹੜਾ ਉਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਾਣੀ ਜਾਣ ਪਾਤਸ਼ਾਹ ਸਨ, ਉਹਨਾਂ ਨੇ ਨਾਮ ਲੈ ਲਿਆ ਬਾਬਾ ਜੀ ਦਾ ਕਿ ਭਾਈ ਸਿੱਧ ਜੀ ਤੁਸੀਂ ਉੱਠੋ। ਬਾਬਾ ਜੀ ਜਦੋਂ ਉੱਠੇ ਨੇ ਤੇ ਬਾਬਾ ਜੀ ਨੂੰ ਇਹ ਕਿਹਾ ਗੁਰੂ ਸਾਹਿਬ ਨੇ ਵੀ ਤੁਸੀਂ ਆਪਣਾ ਜਿਹੜਾ ਉਹ ਪੱਲਾ ਜਿਹੜਾ ਜਿਵੇਂ ਕਿ ਕੱਪੜਾ, ਜਿਵੇਂ ਆਪਾਂ ਝੂਰੀਆ ਕਹਿੰਦੇ ਇਹਨੂੰ, ਇਹ ਤੁਸੀਂ ਲਾ ਦਿਓ, ਤੇਰਾ ਕੋੜ ਦਾ ਰੋਗ ਜਿਹੜਾ ਦੂਰ ਹੋ ਜੇ। ਤੇ ਬਾਬਾ ਸਿੱਧ ਜੀ ਤੇ ਖੁਦ ਹੈਰਾਨ ਸਨ ਵੀ ਇਹ ਕਿਵੇਂ ਹੋ ਸਕਦਾ ਵਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਮਿਹਰ ਭਰਿਆ ਹੱਥ ਰੱਖੋ ਸਿਰ ਦੇ ਉੱਤੇ ਆਪਣੇ ਦਾਸ ਤੇ, ਫਿਰ ਇਹ ਜਿਹੜਾ ਕੱਪੜਾ ਲਾਇਆ ਜਿਹੜਾ ਉਹ ਰੋਗ ਦੂਰ ਹੋ ਸਕਦਾ, ਪਰ ਮੈਨੂੰ ਨਹੀਂ ਲੱਗਦਾ ਵੀ ਇਦਾਂ ਹੋਗਾ। ਜੇ ਤੁਸੀਂ ਕਿਰਪਾ ਕਰੋ ਤੇ ਹੋ ਸਕਦਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੱਥ ਰੱਖਿਆ ਜੀ ਸਿਰ ਤੇ, ਤੇ ਬਾਬਾ ਜੀ ਨੇ ਆਪਣਾ ਕੱਪੜਾ ਲਾਇਆ ਜੀ, ਉੱਥੋਂ ਹੀ ਉਹਦਾ ਕੋੜ ਦਾ ਰੋਗ ਦੂਰ ਹੋ ਗਿਆ ਰੋਗੀ ਦਾ। ਤੇ ਉਦੋਂ ਤੋਂ ਬਾਬਾ ਜੀ ਨੇ ਕਿਹਾ ਵੀ ਤੁਹਾਡੀ ਅੰਸ਼ ਬੰਸ਼ ਚੋਂ, ਚੰਬਲ ਦੇ ਵਿੱਚੋਂ ਜਿਹੜਾ ਕੋਈ ਜੰਮਿਆ ਇਸ ਪਿੰਡ ਦਾ ਬੱਚਾ ਵਾ, ਉਹ ਪੱਲਾ ਲਾਇਆ ਕਰੂਗਾ ਜੀ, ਬਾਬਾ ਜੀ ਦੇ ਅੰਸ਼ ਬੰਸ਼ ਦਾ ਹੋਵੇ। ਤੇ ਉਹ ਪੱਲਾ ਲਾਉਣ ਨਾਲ ਅੱਧਾ ਕੋੜ ਦਾ ਰੋਗ ਜਿਹੜਾ ਦੂਰ ਹੁੰਦਾ, ਤੇ ਅੱਧਾ ਰੋਗ ਵੀਰ ਜੀ ਜਿਹੜਾ ਉਹ ਰੱਖ ਲਾਉਣ ਨਾਲ ਦੂਰ ਹੁੰਦਾ। ਰੱਖ ਦਾ ਮਤਲਬ ਇਹ ਆ ਜਿੰਨੀ ਇਸ ਪਿੰਡ ਦੀ ਜ਼ਮੀਨ ਹੈ ਨਾ ਵੀਰ ਜੀ, ਉਹ ਸੰਗਤਾਂ ਨੂੰ ਦੱਸਿਆ ਜਾਂਦਾ ਕਿ ਸਾਰੀ ਜ਼ਮੀਨ ਚੋਂ ਕਿਤਿਓਂ ਵੀ ਅਸੀਂ ਪੁੱਟ ਕੇ ਜਿਹੜਾ ਉਹ ਇਸ ਪਿੰਡ ਦੀ ਮਿੱਟੀ ਜਿਹੜੀ ਨਹੀਂ ਤੁਸੀਂ ਕਹਿ ਸਕਦੇ, ਮਿੱਟੀ ਜ਼ਮੀਨ ਤੇ ਹੈ ਮਿੱਟੀ, ਪਰ ਉਹ ਮਿੱਟੀ ਨੂੰ ਬਾਬਾ ਜੀ ਨੇ ਰੱਖ ਬਣਾਤਾ। ਕਹਿਣ ਦਾ ਭਾਵ ਕਿ ਇੱਕ ਦਵਾਈ, ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਵਾਲੀ ਜਿਹੜੀ ਉਹ ਗੱਲ ਬਣ ਗਈ ਇੱਥੇ। ਕਹਿਣ ਦਾ ਭਾਵ ਕਿ ਜਿਵੇਂ ਜੀ ਗੁਰੂ ਮਹਾਰਾਜ ਕਹਿੰਦੇ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੀ ਫੰਦਾ। ਵੀ ਉਹ ਗੁਰੂ ਸਾਹਿਬ ਨੇ ਉਹ ਮਿੱਟੀ ਦੇ ਵਿੱਚ ਨੂਰ ਭਰ ਦਿੱਤਾ ਸਾਰੇ ਪਿੰਡ ਦੇ ਵਿੱਚ। ਜੋ ਮਿੱਟੀ ਅਸੀਂ ਲਗਾਉਣੇ ਆ
ਔਰ ਉਹਨੂੰ ਅਸੀਂ ਰੱਖ ਕਹਿਣਾ, ਔਰ ਲਗਾਉਣ ਨਾਲ ਅੱਧਾ ਰੋਗ ਦੂਰ ਹੁੰਦਾ, ਅੱਧਾ ਵੀਰ ਜੀ ਪੱਲੇ ਨਾਲ ਦੂਰ ਹੁੰਦਾ। ਤੇ ਇਹਦੀ ਜਿਹੜੀ ਆ ਥੋੜੀ ਰਹਿਤ ਮਰਿਆਦਾ ਵੀ ਜਿਹੜੀ ਉਹ ਜ਼ਰੂਰ ਹੁੰਦੀ ਹੈ। ਸਾਡੀ ਸੰਗਤਾਂ ਦੇ ਨਾਲ ਤੁਸੀਂ ਇਸ ਰਹਿਤ ਮਰਿਆਦਾ ਬਾਰੇ ਵੀ ਕੁਝ ਚਾਨਣਾ ਪਾਓ ਜੀ। ਹਾਂਜੀ ਜ਼ਰੂਰ ਜੀ। ਇਹ ਸੰਗਤਾਂ ਨੂੰ ਇਹ ਦੱਸਿਆ ਜਾਂਦਾ ਵੀ ਜਿਹੜੀ ਅਸੀਂ ਰੱਖ ਜਿਹੜੋ ਖੜਨੀ ਆ, ਕੋਈ ਫਲੈਰੀ ਹੋਵੇ, ਕੋੜ ਦਾ ਰੋਗ ਹੋਵੇ, ਚਮੜੀ ਦਾ ਰੋਗ, ਕੋਈ ਵੀ ਕਿਸੇ ਤਰ੍ਹਾਂ ਦਾ ਰੋਗ ਆ, ਪਰ ਉਹ ਰੱਖ ਖੜਨ ਦੇ ਨਾਲ ਜਿਹੜਾ ਰਹਿਤ ਰੱਖਣੀ ਜਿਹੜੀ ਆ ਉਹ ਰੋਗੀ ਨੂੰ ਜ਼ਰੂਰੀ ਹੁੰਦੀ ਹੈ। ਪਹਿਲੀ ਗੱਲ ਜੀ, ਸੰਗਤਾਂ ਨੂੰ ਇਹ ਦੱਸਿਆ ਜਾਂਦਾ ਦੇਸ਼ਾਂ ਵਿਦੇਸ਼ਾਂ ਤੱਕ ਜਿੱਥੋਂ ਤੱਕ ਸੰਗਤਾਂ ਸੁਣ ਰਹੀਆਂ ਨੇ ਵੀ ਇੱਥੇ ਜਿੰਨੇ ਵੀ ਆਉਣਾ ਵਾ, ਰੋਗੀ ਨੇ ਆਣ ਕੇ ਇੱਥੋਂ ਕੁਛ ਨਹੀਂ ਖਾਣਾ। ਜਿਹੜਾ ਨਾਲ ਆਇਆ ਵਾ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਆ। ਸਾਰਾ ਜਿਹੜਾ 24 ਘੰਟੇ 24 ਆਵਰਸ ਲੰਗਰ ਜਿਹੜਾ ਵਾ ਉਹ ਚੱਲ ਰਿਹਾ ਵਾ, ਪਰ ਇੱਥੇ ਆਣ ਕੇ ਜਿਹੜਾ ਵਾ ਰੋਗੀ ਨੇ ਕੁਛ ਨਹੀਂ ਖਾਣਾ। ਬਾਬਾ ਜੀ ਦੇ ਗੁਰੂ ਅਰਜਨ ਸਾਹਿਬ ਦੇ ਬਚਨ ਹੋਏ ਨੇ ਵੀ ਬਾਬਾ ਜੀ ਨੇ ਕਿਹਾ ਵੀ ਇੱਥੋਂ ਦੇ ਫਿਰ ਜੋ ਵੀ ਮਰੀਜ਼ ਆਉਂਦਾ ਹੈ, ਹਾਂਜੀ। ਉਸ ਮਰੀਜ਼ ਦੇ ਲੰਗਰ ਪਾਣੀ ਦਾ ਪ੍ਰਬੰਧ ਫਿਰ ਕਿੱਥੋਂ ਦੀ ਸੰਗਤ ਕਰਦੀ ਹੈ? ਹਾਂਜੀ ਜ਼ਰੂਰ ਜੀ। ਜਿਵੇਂ ਸਾਡੇ ਬਾਪੂ ਜੀ ਨੇ, ਇਹ ਬਜ਼ੁਰਗ ਨੇ, ਇਹ ਨਾਲ ਦੇ ਪਿੰਡ ਤੋਂ ਆਉਂਦੇ ਨੇ, ਬਹੁਤ ਸੇਵਾ ਕਰਦੇ ਆ ਵੀ ਇੱਥੇ ਨਿਸ਼ਕਾਮ ਸੇਵਾ ਕਰਦੇ ਆਣ ਕੇ ਗੁਰੂ ਘਰ ਦੇ ਵਿੱਚ ਸਾਰੇ ਦਿਹਾੜੀ ਪ੍ਰਸ਼ਾਦ ਦੇ ਉੱਤੇ ਪ੍ਰਸ਼ਾਦ ਵਰਤਾਉਣ ਦੀ ਸੇਵਾ ਕਰਦੇ। ਇਹਨਾਂ ਦੇ ਪਿੰਡ ਤੋਂ ਜਿਹੜਾ ਵਾ ਉਹ ਨਾਲ ਦਾ ਪਿੰਡ, ਜਿਹਦਾ ਪਿੰਡ ਦਾ ਨਾਂ ਜੱਟਾ ਵਾ, ਉਹ ਪਿੰਡ ਤੋਂ ਜਿਹੜਾ ਵਾ ਜੇ ਕਿਸੇ ਰੋਗੀ ਨੇ ਇੱਥੇ ਰਹਿਣਾ ਵਾ, ਰਹਿ ਕੇ ਰੱਖ ਲਗਾਉਣੀ ਹੈ, ਤੇ ਉਹ ਫਿਰ ਨਾਲ ਦੇ ਪਿੰਡ ਤੋਂ ਜਿਹੜਾ ਉਹਨਾਂ ਦੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ। ਵੈਸੇ ਲੋਕੀ ਜਿਹੜੇ ਉਹ ਆਉਂਦੇ ਨੇ ਪਰ ਰੱਖ ਲੈ ਕੇ ਚਲੇ ਜਾਂਦੇ ਨੇ, ਤੇ ਉਹ ਆਪਣੇ ਘਰ ਹੀ ਜਿਹੜਾ ਉਹ ਜਾ ਕੇ ਉਹ ਰਹਿਤ ਜਿਹੜੀ ਪੂਰੀ ਰੱਖਦੇ ਆ। ਤੇ ਜਿਹਨੇ ਇੱਥੇ ਰਹਿਣਾ ਉਹਦੇ ਵਾਸਤੇ ਫਿਰ ਦੂਸਰੇ ਪਿੰਡ ਤੋਂ ਜਲ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ। ਹੁਣ ਵੇਖੋ ਜਿਵੇਂ ਗਰਮੀ ਦਾ ਮੌਸਮ ਆ, ਉਹਦੇ ਵਿੱਚ ਕਈ ਵਾਰ ਪਿਆਸ ਲੱਗ ਵੀ ਜਾਂਦੀ, ਪਰ ਇੱਥੋਂ ਦਾ ਪਾਣੀ ਨਹੀਂ ਪੀਣਾ, ਅਸੀਂ ਦੂਜੇ ਪਿੰਡ ਦਾ ਪਾਣੀ ਜਿਹੜਾ ਲਿਆ ਕੇ ਵੀਰ ਜੀ ਇੱਥੇ ਰੱਖਿਆ ਹੁੰਦਾ। ਸੋ ਇੱਥੋਂ ਦੇ ਸਰੋਵਰ ਦੀ ਮਹਾਨਤਾ ਬਾਰੇ ਵੀ ਆਪ ਜੀ ਸੰਗਤਾਂ ਸਾਹਮਣੇ ਜਾਣਕਾਰੀ ਦਿਓ ਜੀ। ਹਾਂਜੀ ਜਿਵੇਂ ਦੀ ਤੁਸੀਂ ਪਹਿਲਾਂ ਪੁੱਛਿਆ ਹੈ ਵੀ ਰੱਖ ਦਾ, ਤੇ 40 ਦਿਨ ਜੀ ਰੋਗੀ ਨੇ ਇੱਥੋਂ ਜੋ ਰੱਖ ਖੜਨੀ ਹੈ ਲਾਉਣੀ ਆ। ਪਹਿਲਾਂ ਪੱਲਾ ਲਾਇਆ ਜਾਂਦਾ, ਅੱਧਾ ਰੋਗ ਤੇ ਉਦੋਂ ਦੂਰ ਹੋ ਜਾਂਦਾ, ਅੱਧਾ ਜਿਹੜਾ ਰਹਿੰਦਾ ਨਾ ਵੀ ਕਿਸੇ ਵੀ ਕਿਸਮ ਦਾ ਚਮੜੀ ਦਾ ਫਲੈਰੀ ਹੋਵੇ, ਦਦਰਾਂ ਆਉਣ, ਖਾਰਿਸ਼ ਹੋਵੇ, ਤੇ ਜਿਵੇਂ ਸਰਾਇਸਿਸ ਕਹਿ ਦਿੰਦੇ ਨੇ, ਤੇ ਰੈਡਿਸ਼ ਚਮੜੀ ਹੋ ਜਾਣੀ, ਉਹ ਫਿਰ ਇਹ ਆ ਵੀ ਰੱਖ ਜਿਵੇਂ ਅੱਧਾ ਪੱਲਾ ਲਾਉਣ ਨਾਲ ਰੋਗ ਦੂਰ ਹੋ ਗਿਆ, ਅੱਧਾ ਵੀਰ ਜੀ ਰੱਖ ਲਾਉਣ ਨਾਲ ਦੂਰ ਹੋਣਾ ਵਾ। ਫਿਰ ਰੱਖ 40 ਦਿਨ ਜਿਹੜਾ ਜ਼ਰੂਰੀ ਲਾਉਣੀ ਆ, ਜਿਵੇਂ ਬਾਬਾ ਜੀ ਨੇ ਕਿਹਾ ਵਾ ਗੁਰੂ ਅਰਜਨ ਸਾਹਿਬ ਨੇ, ਤੇ 40 ਦਿਨ ਜਿਹੜਾ ਰੱਖ ਲਾਉਣ ਨਾਲ ਜੇ 20 ਦਿਨ ਦੇ ਵਿੱਚ ਰੋਗ ਦੂਰ ਹੋ ਜਾਂਦਾ, ਫਿਰ ਵੀ 40 ਦਿਨ ਅਸੀਂ ਪੂਰੇ ਕਰਨੇ ਆ। ਕਈ ਵਾਰ 40 ਦਿਨ 'ਚ ਨਹੀਂ ਹੁੰਦਾ, ਕਈ ਵਾਰ ਜੇ ਨਹੀਂ ਹੁੰਦਾ ਤੇ ਉਹਦੇ ਵਿੱਚ ਸਾਡੀ ਕਮੀ ਆ ਕਿ ਅਸੀਂ ਗੁਰੂ ਸਾਹਿਬ ਤੇ ਪੂਰੀ ਸ਼ਰਧਾ ਨਹੀਂ ਰੱਖ ਸਕੇ, ਵਿਸ਼ਵਾਸ ਨਹੀਂ ਰੱਖ ਸਕੇ, ਭਰੋਸੇ 'ਚ ਸਾਡੀ 'ਚ ਕਮੀ ਆ। ਜੇ ਅਸੀਂ ਪੂਰਾ ਭਰੋਸਾ ਰੱਖਾਂਗੇ ਤੇ ਜੀ ਜ਼ਰੂਰ ਹੈ ਜੀ, ਮੈਨੂੰ ਤੇ ਲੱਗਦਾ 10-15 ਦਿਨ 'ਚ ਬਿਲਕੁਲ ਪ੍ਰੋਪਰ ਠੀਕ ਹੋ ਜਾਈਦਾ, ਪਰ 40 ਦਿਨ ਪੂਰੇ ਕਰੀਦੇ ਆ। ਜੇ ਨਹੀਂ ਠੀਕ ਹੋਏ ਤੇ 40 ਦਿਨ ਤੋਂ ਉੱਪਰ ਵੀ ਜਿਹੜਾ ਦਿਨ ਕਰਨੇ ਪੈਂਦੇ ਆ। ਉਹਦੇ ਵਾਸਤੇ ਸਿੰਪਲ ਜੀਆਂ ਗੱਲਾਂ ਨੇ ਵੀਰ ਜੀ, ਜ਼ਿਆਦਾ ਨਹੀਂ ਮਤਲਬ ਆਪਾਂ ਨੂੰ ਕਨਫਿਊਜ਼ ਹੋਣ ਦੀ ਲੋੜ। ਇੱਕ ਤੇ ਰੱਖ ਰੋਜ਼ ਲਾਉਣੀ ਆ, ਡੇਲੀ ਲਾਉਣੀ ਆ। ਦੂਜੀ ਗੱਲ ਵੀ ਆਪਾਂ ਜੇ ਆਪਣੀ ਮੈਰਿਜ ਹੋਈ ਹੈ ਤੇ ਆਪਾਂ ਸੁੱਚਿਆ ਰਹਿਣਾ ਵਾ, ਠੀਕ ਆ ਜੀ, ਗ੍ਰਹਿਸਥ ਤੋਂ ਪਰਹੇਜ਼ ਰੱਖਣਾ। ਤੇ ਤੀਜੀ ਜਿਹੜਾ ਵਾ ਉਹ ਅਸੀਂ ਕਿਸੇ ਦਾ ਮੀਟ, ਸ਼ਰਾਬ ਵਾਲੇ, ਆਂਡੇ ਵਾਲੇ ਜਿਹੜਾ ਕੋਈ ਇਨਸਾਨ ਕੋਈ ਘਰ ਆਉਂਦਾ ਉਹ ਤੋਂ ਅਸੀਂ ਜਿਹੜਾ ਦੂਰ ਰਹਿਣਾ। ਉਹਦੇ ਝੂਠੇ ਭਾਂਡੇ ਨਹੀਂ ਅਸੀਂ ਫੜਨੇ। ਰੱਖ ਰੋਜ਼ ਲਗਾਉਣੀ ਆ। ਚਮੜੇ ਦਾ ਜਿਹੜਾ ਜਿਵੇਂ ਜੋੜਾ ਵਾ ਉਹ ਨਹੀਂ ਪਾਉਣਾ, ਚਮੜੇ ਦੀ ਬੈਲਟ ਨਹੀਂ ਲਾਉਣੀ, ਤੇ ਚਮੜੇ ਦਾ ਅਸੀਂ ਪਰਸ ਜਿਹੜਾ ਉਹ ਨਹੀਂ ਫੜਨਾ, ਠੀਕ ਆ ਜੀ। ਚਮੜੇ ਦੀ ਬੋਕੀ ਦਾ ਪਾਣੀ ਨਹੀਂ ਪੀਣਾ। ਇਹੋ ਜਿਹੀਆਂ ਜਿਹੜੀਆਂ 4-5 ਵੀਰ ਜੀ ਗੱਲਾਂ, ਇਹਨਾਂ ਦੇ ਉੱਤੇ ਪ੍ਰਪੱਕ ਰਹਿਣਾ ਤੇ ਅਵਸ਼ ਜਿਹੜਾ ਰਮਾਨ ਆ ਜਾਂਦਾ। ਕਈ ਜਿਹੜੇ ਨੇ ਉਹ ਜਿਹੜੇ ਨਹੀਂ ਰਹਿਤ ਰੱਖ ਸਕਦੇ ਵੀਰ ਜੀ, ਇਹਦੇ ਵਿੱਚ ਇਹ ਵੀ ਆ ਵੀ ਜਿਵੇਂ ਤੁਸੀਂ ਸਰੋਵਰ ਦੀ ਮਹਾਨਤਾ ਪੁੱਛੀ ਆ, ਜੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਠੀਕ ਆ ਜੀ। ਜੇ ਕਹਿੰਦੇ ਨੇ ਕਾਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਰੋਗਾ, ਕੱਲਾ ਮਨ ਨਹੀਂ ਤਨ ਵੀ ਰੋਗ ਹੋ ਜਾਂਦਾ ਵਾ। ਬਾਣੀ ਦਾ ਬਚਨ ਆ। ਇਹ ਸਰੋਵਰ ਜਿਹੜਾ ਵਾ ਵੀਰ ਜੀ, ਇਹਦੇ ਵਿੱਚ ਜਿਹੜਾ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਵਾ, ਗੁਰੂ ਅਰਜਨ ਸਾਹਿਬ ਦੀ। ਇਹ ਜੇ ਨਹੀਂ ਕਿਸੇ ਨੇ ਰੱਖ ਲਾਉਣੀ, ਇੰਨੀ ਰਹਿਤ ਨਹੀਂ ਰੱਖ ਸਕਦਾ। ਤੇ ਜਿਹੜਾ ਇੱਥੇ ਇਸ਼ਨਾਨ ਕਰਦਾ ਵਾ, ਇਸ਼ਨਾਨ ਕਰਨ ਦੇ ਨਾਲ ਵੀ ਵੀਰ ਜੀ ਜਿਹੜਾ ਉਹ 5 ਦੀ ਬਜਾਏ 6 ਐਤਵਾਰ ਪੂਰੇ ਕਰਨੇ ਪੈਂਦੇ ਆ। ਤੇ ਉਹਦੇ ਵਿੱਚ ਅਸੀਂ 40 ਦਿਨ ਸਾਡੇ ਬਣ ਜਾਂਦੇ ਆ। 40 ਜੇ 6 ਐਤਵਾਰ ਇਸ਼ਨਾਨ ਕਰਾਂਗੇ ਤੇ 6 ਐਤਵਾਰ ਇਸ਼ਨਾਨ ਕਰਨ ਦੇ ਨਾਲ ਵੀ ਬੰਦਾ ਬਿਲਕੁਲ ਠੀਕ ਹੋ ਜਾਂਦਾ। ਇਸ ਸਥਾਨ ਤੇ ਏਡੀ ਕਿਰਪਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਤੇ ਇਹ ਜਿਹੜੀ ਆ ਇਹ ਵਡਿਆਈ ਉਹਨਾਂ ਨੇ ਆਪਣੇ ਸੇਵਕ ਨੂੰ ਦਿੱਤੀ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਸੇਵਕ ਹੁੰਦਾ ਵਾ, ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਰੱਬ ਨੂੰ ਪੂਜਦਾ ਉਹ ਗਹਿਣਾ ਹੁੰਦਾ ਵਾ। ਮਾਰੇ ਕਹਿੰਦੇ ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉ ਬਣਿਆਈ, ਪੁਰਬ ਲਿਖਿਆ ਪਾਈ, ਇਹੋ ਮਨ ਤੇਰਾ ਭਾਈ ਰਹਾਓ। ਵਿਸ਼ਰਾਮ ਦੇ ਕੇ ਗੁਰੂ ਮਹਾਰਾਜ ਕਹਿੰਦੇ ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮ ਲਾਹਾ ਖਾਟਿਆ, ਹਰ ਭਗਤ ਪਰੇ ਭੰਡਾਰਾ। ਮੈਂ ਸੰਤਾਂ ਦੀ ਸੰਗਤ ਦੇ ਵਿੱਚ ਰਹਿ ਕੇ ਇਹ ਲਾਭ ਖੱਟਿਆ ਵਾ ਕਿ ਮੇਰੇ ਜਿਹੜੇ ਨੇ ਉਹ ਖਜ਼ਾਨੇ ਨੇ, ਉਹ ਮੇਰਾ ਹਿਰਦਾ
ਭਗਤੀ ਨਾਲ ਭਰਿਆ ਆ। ਤੇ ਜੀ ਇਹ ਅਸੀਂ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸੰਗਤਾਂ ਨੂੰ ਵੀ ਜਿੰਨੇ ਰੋਗ ਦੂਰ ਕਰਨਾ, ਆਪਣਾ ਮਨ ਜਿਹੜਾ ਵਾ ਉਹ ਪ੍ਰਮਾਤਮਾ ਦੇ ਨਾਲ ਮਿਲਾਉਣਾ ਪੈਣਾ। ਜੇ ਅਸੀਂ ਰੱਖ ਲਾਉਨੇ ਆ 5 ਵਾਰ ਅਸੀਂ ਗੁਰੂ ਅਰਜਨ ਸਾਹਿਬ ਦਾ, 5 ਵਾਰ ਬਾਬਾ ਸਿੱਧ ਸਰਸਾਈ ਜੀ ਦਾ ਨਾਮ ਲੈਣਾ, ਇਹ ਨਹੀਂ ਵੀ ਮਨ ਸਾਡਾ ਸ਼ਾਮਲ ਨਾ ਹੋਵੇ ਤੇ ਜ਼ੁਬਾਨ ਸਾਡੀ ਬੋਲੀ ਜਾਵੇ, ਫਿਰ ਨਹੀਂ ਜੀ, ਫਿਰ ਤੇ ਕਈਆਂ ਦੇ ਜਿਹੜਾ 2-3 ਮਹੀਨੇ ਵੀ ਲੱਗ ਜਾਂਦੇ ਨੇ। ਜਿਹੜੇ ਆਪਣੇ ਮਨ ਕਰਕੇ, ਮਨ ਨੂੰ ਜੋੜ ਕੇ, ਸੋਚ ਨੂੰ, ਵਿਚਾਰਾਂ ਨੂੰ, ਖਿਆਲਾਂ ਨੂੰ ਜੋੜ ਕੇ ਉਹ ਪ੍ਰਮਾਤਮਾ ਨੂੰ, ਰੱਬ ਨੂੰ ਯਾਦ ਕਰਦੇ ਨੇ, ਉਹਨਾਂ ਦਾ ਰੋਗ ਜੀ ਥੋੜੇ ਦਿਨਾਂ ਦੇ ਵਿੱਚ ਹੀ ਦੂਰ ਹੋ ਜਾਂਦਾ। 40 ਦਿਨ ਤੇ ਬਹੁਤ ਦੂਰ ਦੀ ਗੱਲ ਨੇ। ਇਹ ਗੁਰੂ ਮਹਾਰਾਜ ਦੀ ਇੱਥੇ ਜੀ ਕਿਰਪਾ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਗ੍ਰੰਥੀ ਸਿੰਘ ਜੀ ਦਾ, ਜਿਨ੍ਹਾਂ ਨੇ ਗੁਰੂ ਇਤਿਹਾਸ ਦਾ ਚਾਨਣਾ ਆਪ ਸੰਗਤਾਂ ਜੀ ਨੂੰ ਪਾਇਆ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਤੁਸੀਂ ਦਰਸ਼ਨ ਕੀਤੇ ਹਨ ਗੁਰਦੁਆਰਾ ਬਾਬਾ ਸਿੱਧ ਸਰਸਾਈ ਪਿੰਡ ਚੰਬਲ ਦੇ। ਇਸ ਪਿੰਡ ਦੀ ਮਹਾਨਤਾ, ਇਸ ਪਿੰਡ ਦੀ ਮਿੱਟੀ ਤੋਂ ਕੋੜ ਰੋਗ ਵਰਗੇ ਗੰਭੀਰ ਰੋਗ, ਸ਼ੂਗਰ, ਕੈਂਸਰ ਅਤੇ ਹੋਰ ਬੇਅੰਤ ਹੀ ਚਮੜੀ ਦੇ ਰੋਗ ਦੂਰ ਹੁੰਦੇ ਹਨ। ਅੰਦਰੂਨੀ ਰੋਗ ਵੀ ਦੂਰ ਹੁੰਦੇ ਹਨ। ਮਨ ਬਿਰਤੀ ਇਕਾਗਰ ਕਰਕੇ ਜੇਕਰ ਕੋਈ ਇਸ ਜਗ੍ਹਾ ਤੇ ਆਉਂਦਾ ਹੈ, ਉਸ ਦੇ ਬੇਅੰਤ ਹੀ ਰੋਗ ਦੂਰ ਹੁੰਦੇ ਹਨ। ਇਸ ਬਾਰੇ ਆਪ ਜੀ ਨੂੰ ਜਾਣਕਾਰੀ ਇੱਥੋਂ ਦੇ ਹੀ ਮੁੱਖ ਗ੍ਰੰਥੀ ਸਾਹਿਬਾਨ ਨੇ ਦਿੱਤੀ ਹੈ। ਸੋ ਅੱਜ ਦੇ ਸਫ਼ਰ ਦੀ ਇੱਥੇ ਹੀ ਸਮਾਪਤੀ ਹੈ। ਅੱਗੇ ਅਸੀਂ ਹੋਰ ਗੁਰਧਾਮਾਂ ਦੇ ਦਰਸ਼ਨਾਂ ਦੀ ਲੜੀ ਨੂੰ ਜਾਰੀ ਰੱਖਾਂਗੇ ਅਤੇ ਆਪ ਜੀ ਨੂੰ ਇੱਕ ਨਵੇਂ ਗੁਰ ਇਤਿਹਾਸ ਦੇ ਨਾਲ ਰੂਬਰੂ ਕਰਵਾਵਾਂਗੇ। ਸੋ ਮੈਂ ਦਾਸ ਸਰਬਜੀਤ ਸਿੰਘ ਜੋਧਪੁਰੀ ਅਤੇ ਕੈਮਰਾਮੈਨ ਵੰਸ਼ ਦੇ ਨਾਲ ਇੱਥੇ ਹੀ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।